हाँ जी, पहला वीडियो किसी कारण कट्टी गई सी। 61 क्वेश्चन ਉਹਦੇ 'ਚ ਅਸੀਂ ਡਿਸਕਸ ਕੀਤੇ ਸੀ ਔਰ 62 ਨੰਬਰ ਕੁਐਸਚਨ ਤੋਂ ਅਸੀਂ ਚੱਲਦੇ ਹਾਂ। ਭਾਰਤੀ ਸੰਵਿਧਾਨ ਸਭਾ ਦੀਆਂ ਵਿਸ਼ੇਸ਼ਤਾਵਾਂ। ਹਾਂਜੀ, ਕਿਹੜੀਆਂ ਵਿਸ਼ੇਸ਼ਤਾਵਾਂ ਸੀ? ਇੱਕ ਤਾਂ ਇਹਦਾ ਨਿਰਮਾਣ ਆ ਜਿਹੜਾ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਹੋਇਆ ਸੀ, ਇਹ ਸਹੀ ਹੈ ਜੀ ਗੱਲ। ਸੰਵਿਧਾਨ ਸਭਾ ਦੇ ਕੁੱਲ ਮੈਂਬਰ 399 ਸੀ। ਇਹ ਅਸੀਂ 60 ਨੰਬਰ ਕੁਐਸਚਨ 'ਚ ਹੁਣੇ ਪਿੱਛੇ ਹੀ ਪੜ੍ਹ ਕੇ ਗਏ ਹਾਂ ਗੱਲਾਂ, ਹੈ ਨਾ। ਅਤੇ 59 ਨੰਬਰ ਕੁਐਸਚਨ ਉਹਦੇ 'ਚ ਅਸੀਂ ਪੜ੍ਹ ਕੇ ਗਏ ਹਾਂ ਗੱਲਾਂ, ਇਹ ਵੀ ਸਹੀ ਹੈ। 296 ਮੈਂਬਰ ਨੇ ਜਿਹੜੇ ਬ੍ਰਿਟਿਸ਼ ਭਾਰਤ ਦੇ ਅਤੇ 93 ਮੈਂਬਰ ਦੇਸੀ ਰਿਆਸਤਾਂ ਦੇ ਸੀਗੇ, ਇਹ ਵੀ ਗੱਲ ਸਹੀ ਹੈ। ਇਹਦਾ ਰਾਈਟ ਆਨਸਰ ਬਣ ਗਿਆ ਜੀ ਉਪਰੋਕਤ ਸਾਰੇ। ਇਹ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਨੇ, ਸੰਵਿਧਾਨ ਸਭਾ ਦੀਆਂ, ਭਾਰਤੀ ਸੰਵਿਧਾਨ ਸਭਾ ਦੀਆਂ ਇਹ ਵਿਸ਼ੇਸ਼ਤਾਵਾਂ ਨੇ ਜੀ। 63 ਨੰਬਰ ਕੁਐਸਚਨ ਹੈ, ਭਾਰਤੀ ਸੰਵਿਧਾਨ ਸਭਾ ਲਈ ਚੋਣਾਂ ਦਾ ਆਯੋਜਨ ਕਦੋਂ ਕੀਤਾ ਗਿਆ? ਇਹ ਕੀਤਾ ਗਿਆ ਜੀ ਜੁਲਾਈ ਅਗਸਤ 1946 ਦੇ ਦੌਰਾਨ। ਔਰ ਹੁਣ ਆ ਗਿਆ ਜੀ ਕੁਐਸਚਨ ਨੰਬਰ 64, ਭਾਰਤੀ ਸੰਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਕੁੱਲ ਕਿੰਨੀਆਂ ਸੀਟਾਂ ਮਿਲੀਆਂ? ਕਿੰਨੀਆਂ ਮਿਲੀਆਂ ਸੀ? 208। ਅਤੇ ਮੁਸਲਿਮ ਲੀਗ ਨੂੰ ਕੁੱਲ ਕਿੰਨੀਆਂ ਸੀਟਾਂ ਮਿਲੀਆਂ ਸੀ? 73। ਠੀਕ ਹੈ ਜੀ। 66 ਨੰਬਰ ਕੁਐਸਚਨ ਹੈ, ਭਾਰਤੀ ਸੰਵਿਧਾਨ ਸਭਾ ਵਿੱਚ ਦੀ ਚੋਣ ਦੇ ਵਿੱਚ ਕੌਣ ਸ਼ਾਮਿਲ ਨੇ ਸੀ? ਇਹ ਚੋਣ ਦੇ ਵਿੱਚ ਦੇਖੋ, ਇਹਦਾ ਮਤਲਬ 4 ਆਪਸ਼ਨਾਂ ਨੇ ਵੀ, 3 ਤਾਂ ਬੰਦੇ ਹਾਜ਼ਰ ਸੀ। ਕੌਣ ਕੌਣ ਸੀਗੇ ਸ਼ਾਮਿਲ? BR ਅੰਬੇਦਕਰ ਜੀ ਵੀ ਸ਼ਾਮਿਲ ਸੀ, ਡਾਕਟਰ ਰਾਜਿੰਦਰ ਪ੍ਰਸਾਦ ਵੀ, KM ਮੁਨਸੀ ਵੀ, ਮਹਾਤਮਾ ਗਾਂਧੀ ਸ਼ਾਮਿਲ ਨਹੀਂ ਸੀ। ਇਹਨਾਂ ਨੇ ਪੁੱਛਿਆ ਕੌਣ ਸ਼ਾਮਿਲ ਨਹੀਂ ਸੀ, ਰਾਈਟ ਆਨਸਰ ਬਣ ਗਿਆ ਮਹਾਤਮਾ ਗਾਂਧੀ। 67 ਨੰਬਰ ਆ ਗਿਆ ਜੀ, ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ? ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ? ਇਹ ਮੀਟਿੰਗ ਹੋਈ ਹੈ ਜੀ 9 ਦਸੰਬਰ 1946 ਨੂੰ। ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਕਿਸ ਪਾਰਟੀ ਨੇ ਭਾਗ ਨਹੀਂ ਲਿਆ? ਕਿਸ ਪਾਰਟੀ ਨੇ ਭਾਗ ਨਹੀਂ ਲਿਆ ਜੀ? ਮੁਸਲਿਮ ਲੀਗ ਨੇ। ਅਤੇ ਭਾਰਤੀ ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ 9 ਦਸੰਬਰ 1946 ਵਿੱਚ ਕਿਹਨੂੰ ਬਣਾਇਆ ਗਿਆ? ਅਸਥਾਈ ਪ੍ਰਧਾਨ ਇਹ ਬਣਾਇਆ ਗਿਆ ਸੀ ਡਾਕਟਰ ਸਚਿਦਾਨੰਦ ਸਿਨਹਾ ਨੂੰ। ਅਤੇ ਭਾਰਤੀ ਸੰਵਿਧਾਨ ਸਭਾ ਦੀ ਦੂਜੀ ਬੈਠਕ ਪਹਿਲੀ ਕਦੋਂ ਹੋਈ? 9 ਦਸੰਬਰ ਨੂੰ। ਠੀਕ ਹੈ, ਉਸ ਤੋਂ ਬਾਅਦ ਦੂਜੀ ਹੋਈ ਜੀ 11 ਦਸੰਬਰ 1946 ਨੂੰ। ਅਤੇ ਇਹਦੇ ਵਿੱਚ ਸਥਾਈ ਪ੍ਰਧਾਨ ਚੁਣ ਲਿਆ ਗਿਆ। ਠੀਕ ਹੈ, ਕਿਹਨੂੰ ਬਣਾਇਆ ਗਿਆ ਜੀ? ਡਾਕਟਰ ਰਾਜਿੰਦਰ ਪ੍ਰਸਾਦ ਜੀ। ਸੰਵਿਧਾਨ ਸਭਾ ਦੇ ਉੱਪਰ ਇੱਕ ਸਪੈਸ਼ਲ ਵੀਡੀਓ ਬਣੂਗੀ, ਟੌਪਿਕ ਵਾਈਜ਼ ਆਪਾਂ ਚੱਲਾਂਗੇ ਜਦੋਂ ਨਾ। ਇਹ MCQ 1500 ਤੋਂ ਪਲੱਸ MCQ ਅਸੀਂ ਕਰਾਂਗੇ ਇਹਨਾਂ ਵੀਡੀਓ ਦੇ ਵਿੱਚ। ਇਹ ਕਰਨ ਤੋਂ ਬਾਅਦ ਇੱਕ ਥੋੜ੍ਹੇ ਦਿਨਾਂ 'ਚ ਹੀ ਬਸ ਇਹ ਸਾਰੀਆਂ ਕੰਪਲੀਟ ਹੋ ਜਾਣੀ ਹੈ। ਅਤੇ ਆਪਾਂ ਟੌਪਿਕ ਵਾਈਜ਼ ਥਿਊਰੀ ਜਦੋਂ ਪੜ੍ਹਾਂਗੇ, ਸੰਵਿਧਾਨ ਸਭਾ ਦੇ ਟੌਪਿਕ ਜਦੋਂ ਆਪਾਂ ਹੈ ਨਾ ਪੜ੍ਹਨ ਲੱਗ ਗਏ, ਇੱਦਾਂ ਇੰਟਰਸਟ ਤੁਹਾਡਾ ਬਣ ਜਾਣਾ। ਪਹਿਲੇ ਦਿਨ ਤੋਂ ਲੈ ਕੇ ਦੱਸਾਂਗੇ ਸੰਵਿਧਾਨ ਸਭਾ ਦਾ ਪਹਿਲਾ ਦਿਨ ਕਿਹੋ ਜਿਹਾ ਸੀ, ਸਭ ਤੋਂ ਪਹਿਲਾਂ ਸਭਾ ਦੇ ਵਿੱਚ ਕੌਣ ਪ੍ਰਤੀਨਿਧ ਸੀ, ਜਿਹਨੇ ਭਾਸ਼ਣ ਦਿੱਤਾ, ਉਹਨੇ ਪਹਿਲੇ ਬੋਲ ਕੀ ਕਹੇ, ਕਿੰਨੇ ਬੰਦੇ ਉਦੋਂ ਹਾਜ਼ਰ ਸੀ, ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਫਿਰ ਕਿੱਥੋਂ ਕਿੱਥੋਂ ਉਹਦੇ ਵਿੱਚ ਬੰਦੇ ਸੰਵਿਧਾਨ ਸਭਾ ਦੇ ਸ਼ਾਮਲ ਕਰੇ ਗਏ, ਕਿਹਨੇ ਕੀ ਕਿਹਾ, ਠੀਕ ਹੈ ਨਾ, ਕਿ ਕਿਹਨੇ ਪ੍ਰਸਤਾਵ ਪੇਸ਼ ਕੀਤਾ, ਕਿ ਮਤਲਬ ਆਪਾਂ ਨੂੰ ਪ੍ਰਵਾਨਗੀ ਦਿੱਤੀ, ਬਹੁਤ ਸਾਰੀਆਂ ਗੱਲਾਂ ਨੇ ਸੰਵਿਧਾਨ ਸਭਾ ਦੇ ਵਿੱਚ। ਇੰਪੋਰਟੈਂਟ ਟੌਪਿਕ ਆ, ਡਿਟੇਲ ਦੇ ਵਿੱਚ ਪੜ੍ਹਾਂਗੇ। 71 ਨੰਬਰ ਕੁਐਸਚਨ 'ਤੇ ਆ ਜਾਓ ਹੁਣ। ਭਾਰਤੀ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਕਿੰਨੇ ਸੀ? ਇਹ ਸੀਗੇ ਜੀ 2। ਅਤੇ ਅਗਲਾ ਸਵਾਲ ਆ ਗਿਆ ਇਹਦੇ ਨਾਲ ਹੀ ਸੰਬੰਧਿਤ ਵੀ ਉਹ 2 ਕਿਹੜੇ ਕਿਹੜੇ ਸੀਗੇ। ਇੱਕ ਤਾਂ ਸੀਗਾ ਜੀ SC ਮੁਖਰਜੀ ਔਰ ਦੂਜੇ ਸੀ VT ਕ੍ਰਿਸ਼ਨਾਮਚਾਰੀਆ। ਹੁਣ ਆ ਗਿਆ ਜੀ 13 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਸਭਾ ਵਿੱਚ ਉਦੇਸ਼ ਪ੍ਰਸਤਾਵ ਪੇਸ਼ ਕੀਤਾ। ਇਹਦਾ ਉਦੇਸ਼ ਕੀ ਹੋਵੇਗਾ? ਸੰਵਿਧਾਨ ਸਭਾ ਬਣਾਈ ਜਾ ਰਹੀ ਹੈ, ਕਿਹੜੇ ਉਦੇਸ਼ਾਂ 'ਤੇ ਕੰਮ ਕਰੂਗੀ? ਉਸ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਕਿਹਨੇ ਕੀਤਾ ਜੀ? ਜਵਾਹਰ ਲਾਲ ਨਹਿਰੂ ਨੇ। 94 ਨੰਬਰ,
ਸੌਰੀ 74 ਨੰਬਰ, ਉਦੇਸ਼ ਪ੍ਰਸਤਾਵ ਨੂੰ ਭਾਰਤੀ ਸੰਵਿਧਾਨ ਸਭਾ ਦੁਆਰਾ ਪ੍ਰਵਾਨਗੀ ਕਦੋਂ ਮਿਲੀ? ਹਾਂਜੀ, ਉਦੇਸ਼ ਪ੍ਰਸਤਾਵ ਮਤਲਬ ਪੇਸ਼ ਕਰਤਾ ਜੀ ਕਿਹਨੇ? ਜਵਾਹਰ ਲਾਲ ਨਹਿਰੂ ਨੇ। ਹੁਣ ਦੂਜੀ ਗੱਲ ਉੱਠ ਖੜੀ ਇਹ ਵੀ ਪ੍ਰਵਾਨਗੀ ਕਦੋਂ ਮਿਲ ਗਈ, ਦੂਜਾ ਕੁਐਸਚਨ ਇੱਥੋਂ ਪੈਦਾ ਹੋ ਗਿਆ। ਇਹਨੂੰ ਪ੍ਰਵਾਨਗੀ ਮਿਲ ਗਈ ਜੀ 22 ਜਨਵਰੀ 1947। ਠੀਕ ਹੈ, ਦਸੰਬਰ 'ਚ ਹੀ ਪੇਸ਼ ਕੀਤਾ ਸੀ, ਹੁਣੇ ਬੜੇ ਮਤਲਬ ਮਹੀਨੇ ਕੁ ਬਾਅਦ ਤਕਰੀਬਨ ਇਹਨੂੰ ਪ੍ਰਵਾਨਗੀ ਹੈ ਜਿਹੜੀ ਮਿਲ ਗਈ। ਹਾਂਜੀ, ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਸੰਸਦ ਕਿਹਨੂੰ ਮੰਨਿਆ ਜਾਂਦਾ? ਦੇਖੋ ਘੈਂਟ ਸਵਾਲ ਆ ਨਾ ਇਹ। ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਸੰਸਦ ਮੰਨਿਆ ਜਾਂਦਾ ਜੀ ਸੰਵਿਧਾਨ ਸਭਾ ਨੂੰ। ਜਿੰਨਾ ਚਿਰ ਸੰਵਿਧਾਨ ਨਹੀਂ ਬਣਿਆ ਉਨਾ ਚਿਰ ਮੁੱਖ ਕੀ ਹੈ? ਸੰਵਿਧਾਨ ਸਭਾ। ਠੀਕ ਹੈ, ਫੈਸਲੇ ਨੇ ਜਿਹੜੇ ਇਹਦੇ ਤਹਿਤ ਇਹਦੇ ਮੱਦੇ ਨਜ਼ਰ ਲਏ ਜਾਣਗੇ ਅਤੇ ਇਹਨਾਂ ਦੁਆਰੇ ਸੰਵਿਧਾਨ ਸਭਾ ਦੁਆਰੇ ਜਿੰਨਾ ਚਿਰ ਸੰਵਿਧਾਨ ਨਹੀਂ ਹੈ। ਕਦੇ ਵੀ ਅਜਿਹਾ ਸਵਾਲ ਆ ਜਾਂਦਾ ਹੈ ਜਿਹਦੇ ਵਿੱਚ ਸੰਵਿਧਾਨ, ਹਾਂਜੀ, ਜਦੋਂ ਵੀ ਅਜਿਹਾ ਕੋਈ ਸਵਾਲ ਆ ਗਿਆ ਜਦੋਂ ਸੰਵਿਧਾਨ ਹਜੇ ਬਣਿਆ ਨਹੀਂ ਸੀ, ਠੀਕ ਆ, ਉਦੋਂ ਇਹ ਗੱਲ ਪੁੱਛ ਲਈ ਜਾਵੇ ਵੀ ਉਦੋਂ ਮੁੱਖ ਕੌਣ ਸੀ ਜਾਂ ਉਦੋਂ ਕਿਹਦੇ ਦੁਆਰਾ ਫੈਸਲਾ ਕੋਈ ਲਿਆ ਜਾਂਦਾ, ਤਾਂ ਉਹ ਸੰਵਿਧਾਨ ਸਭਾ ਰਾਈਟ ਆਨਸਰ ਹੋਊਗਾ ਉਹ ਸਵਾਲ ਦਾ। 76 ਨੰਬਰ ਕੁਐਸਚਨ ਹੈ, ਕਿਹੜਾ ਕਥਨ ਭਾਰਤੀ ਸੰਵਿਧਾਨ ਸਭਾ ਬਾਰੇ ਗਲਤ ਹੈ? ਕਿਹੜਾ ਗਲਤ ਹੈ ਸੰਵਿਧਾਨ ਸਭਾ ਬਾਰੇ? छिहत्तर नंबर क्वेश्चन है। ਅਸੀਂ ਪਿੱਛੇ ਪੜ੍ਹਿਆ ਸੀ ਨਾ, ਪਿੱਛੇ ਪੜ੍ਹ ਕੇ ਗਏ ਆ ਇਹਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ, ਸੰਵਿਧਾਨ ਸਭਾ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਕਿ ਸੰਵਿਧਾਨ ਸਭਾ ਦਾ ਨਿਰਮਾਣ ਕਿਹਦੇ ਤਹਿਤ ਹੋਇਆ ਸੀ? ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਹੋਇਆ ਸੀ। ਅਤੇ ਇਹਨਾਂ ਨੇ ਕੀ ਦੱਸਿਆ ਹੋਇਆ? ਨਿਰਮਾਣ ਕ੍ਰਿਪਸ ਮਿਸ਼ਨ ਦੇ ਅੰਤਰਗਤ ਹੋਇਆ ਸੀ। ਇਹ ਗਲਤ ਆ ਜੀ। सत्तर नंबर क्वेश्चन आ गया जी, भारतीय संविधान सभा के संविधानक कारजां समय बैठकों की प्रधानगी कौन करता सी? संविधानक कारज जो हुंदे सी जदों उन्हां बैठकों की प्रधानगी कौन करता सी? दसो भी। उदों प्रधानगी करते ही डॉक्टर राजेंद्र प्रसाद। भारतीय संविधान सभा के विधानक कारज कानून बनाउण समय उदों बैठकों की प्रधानगी कौन करता सी? उदों प्रधानगी करते सीगे जी जी.वी. मावलंकर। ठीक है जी, आड़ा ऑप्शन सही है। तो भारतीय संविधान सभा ने राष्ट्रीय झंडे को प्रवानगी कदों दी? इंपॉर्टेंट सवाल है, सारे सवाल बहुत इंपॉर्टेंट ने, काम के ने, पर यहो ਜਿਹੇ ਜਿਹੜੇ मतलब सवाल पढ़न सारे ही पता लग जाता भी ਇਹਦੇ 'ਚ कोई गल आ ना दावा। तो ਇਹਦਾ राइट आंसर की है? ਇਹਦਾ राइट आंसर है जी 22 जुलाई 1947 ਨੂੰ ਰਾਸ਼ਟਰੀ ਝੰਡੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਠੀਕ ਹੈ ਜੀ। ਤੇ ਭਾਰਤੀ ਸੰਵਿਧਾਨ ਸਭਾ ਨੇ ਰਾਸ਼ਟਰੀ ਗਾਨ ਨੈਸ਼ਨਲ ਐਂਥਮ ਨੂੰ ਕਦੋਂ ਮਾਨਤਾ ਦਿੱਤੀ ਜੀ? ਇਹ ਦਿੱਤੀ 24 ਜਨਵਰੀ 1950 ਨੂੰ, ਜਾਣੀ ਕਿ ਗਣਤੰਤਰ ਦਿਵਸ ਤੋਂ 2 ਦਿਨ ਪਹਿਲਾਂ। ਦੋ ਤਿੰਨ ਗੱਲਾਂ ਹੋਈਆਂ ਸੀ ਗਣਤੰਤਰ ਦਿਵਸ ਤੋਂ 2 ਦਿਨ ਪਹਿਲਾਂ 24 ਜਨਵਰੀ ਨੂੰ। ਉਹ ਕਿਹੜੀਆਂ ਕਿਹੜੀਆਂ ਹੋਈਆਂ ਸੀ ਤੁਹਾਨੂੰ ਮੈਂ ਅੱਗੇ ਦੱਸਦਾ। ਠੀਕ ਹੈ ਜੀ। ਤੇ ਇੱਕ ਕੁਐਸਚਨ ਆਈ ਗਿਆ, ਭਾਰਤੀ ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਬੰਦੇ ਮਾਤਰਮ ਨੂੰ ਕਦੋਂ ਮਾਨਤਾ ਦਿੱਤੀ? ਇਹ ਵੀ 24 ਜਨਵਰੀ 1950 ਨੂੰ। ਠੀਕ ਹੈ ਜੀ। ਰਾਸ਼ਟਰੀ ਗੀਤ ਨੂੰ ਤੇ ਰਾਸ਼ਟਰੀ ਗਾਨ ਨੂੰ, ਹੁਣ ਇਹਨਾਂ 'ਚ ਫਰਕ ਦੇਖ ਲਓ ਕੀ ਹੈ। ਰਾਸ਼ਟਰੀ ਗਾਨ ਇਹ ਕਿਹੜਾ ਗਾ? ਜਨ ਗਨ ਮਨ ਅਧਿਨਾਇਕ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਆ ਨਾ ਸਵੇਰੇ ਪ੍ਰਾਰਥਨਾ ਦੇ ਵਿੱਚ, ਉਹ ਰਾਸ਼ਟਰੀ ਗਾਨ ਆ, ਸਾਡਾ ਗਾਨ ਅਤੇ ਨੈਸ਼ਨਲ ਐਂਥਮ ਜਿਹਨੂੰ ਕਹਿੰਦੇ ਆ। ਅਤੇ ਜਿਹੜਾ ਰਾਸ਼ਟਰੀ ਗੀਤ ਆ ਇਹ ਬੰਦੇ ਮਾਤਰਮ ਆ। ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ?
ਡਾਕਟਰ ਰਜਿੰਦਰ ਪ੍ਰਸਾਦ, ਕੋਈ ਸ਼ੱਕ ਹੀ ਨਹੀਂ ਇਹਦੇ 'ਚ। ਅਤੇ ਦੂਜਾ ਸਵਾਲ ਅਗਲਾ ਆ ਗਿਆ 83 ਕੁਐਸਚਨ ਹੈ ਜੀ। ਭਾਰਤੀ ਸੰਵਿਧਾਨ ਸਭਾ ਨੇ ਰਾਜਿੰਦਰ ਪ੍ਰਸਾਦ ਜੀ ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਤੌਰ 'ਤੇ ਕਦੋਂ ਚੁਣਿਆ ਸੀ? ਉਹਨੇ ਦੱਸਿਆ ਸੀ ਨਾ ਕਿ 24 ਜਨਵਰੀ 1950 ਨੂੰ 2-3 ਗੱਲਾਂ ਹੋਈਆਂ ਸੀ। ਤੀਜੀ ਗੱਲ ਆ ਜਿਹੜੀ ਉਹ ਇਹੀ ਸੀ ਕਿ ਸਾਡੇ ਰਾਸ਼ਟਰਪਤੀ ਇਹ ਵੀ ਉਦੋਂ ਚੁਣੇ ਗਏ ਸੀ 24 ਜਨਵਰੀ 1950 ਨੂੰ। 24 ਜਨਵਰੀ 1950 ਨੂੰ ਹੀ ਰਾਸ਼ਟਰੀ ਗੀਤ ਨੂੰ ਪ੍ਰਵਾਨਗੀ ਮਿਲੀ ਹੈ। 24 ਜਨਵਰੀ 1950 ਨੂੰ ਹੀ ਰਾਸ਼ਟਰੀ ਗਾਨ ਨੂੰ ਪ੍ਰਵਾਨਗੀ ਮਿਲੀ ਹੈ। ਔਰ ਇਸੇ ਤਰੀਕ ਨੂੰ 24 ਜਨਵਰੀ 1950 ਨੂੰ ਭਾਰਤ ਦੇ ਰਾਸ਼ਟਰਪਤੀ ਪਹਿਲੇ ਰਾਸ਼ਟਰਪਤੀ ਜਿਹੜੇ ਡਾਕਟਰ ਰਜਿੰਦਰ ਪ੍ਰਸਾਦ ਉਹ ਸੰਵਿਧਾਨ ਸਭਾ ਨੇ ਚੁਣੇ। ਭਾਰਤੀ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸੈਸ਼ਨ ਹੋਏ? 11 ਸੈਸ਼ਨ ਹੋਏ ਜੀ ਕੁੱਲ। ਭਾਰਤੀ ਸੰਵਿਧਾਨ ਦਾ ਨਿਰਮਾਣ ਕਿੰਨੇ ਸਮੇਂ ਦੇ ਵਿੱਚ ਹੋਇਆ? 2 ਸਾਲ 11 ਮਹੀਨੇ 18 ਦਿਨ। ਭਾਰਤੀ ਸੰਵਿਧਾਨ ਸਭਾ ਦਾ ਅੰਤਿਮ ਸੈਸ਼ਨ ਕਦੋਂ ਹੋਇਆ? ਚੌਥੀ ਗੱਲ ਆ ਗਈ ਹੁਣ ਉਸੇ ਤਰੀਕੇ ਦੇ ਨਾਲ ਸੰਬੰਧਿਤ 24 ਜਨਵਰੀ 1950 ਨੂੰ ਜਾਣਦੀ ਸਾਡੇ ਗਣਤੰਤਰ ਦਿਵਸ ਤੋਂ 2 ਦਿਨ ਪਹਿਲਾਂ ਇਹਦੀ ਅੰਤਿਮ ਬੈਠਕ ਅੰਤਿਮ ਸੈਸ਼ਨ ਹੋਇਆ ਸੰਵਿਧਾਨ ਸਭਾ ਦਾ 24 ਜਨਵਰੀ 1950 ਨੂੰ। 87ਵਾਂ ਕੁਐਸਚਨ ਹੈ ਜੀ। ਸੰਘੀ ਸ਼ਕਤੀਆਂ ਦੀ ਕਮੇਟੀਆਂ ਦਾ ਪ੍ਰਧਾਨ ਕੌਣ ਸੀ? ਜਾਣੀ ਕਿ ਯੂਨੀਅਨ ਪਾਵਰ ਕਮੇਟੀਜ਼, ਇਹਨਾਂ ਦਾ ਪ੍ਰਧਾਨ ਕੌਣ ਸੀ? ਕਿਹਨੂੰ ਚੁਣਿਆ ਗਿਆ ਸੀ? ਚੁਣਿਆ ਗਿਆ ਸੀਗਾ ਜੀ ਜਵਾਹਰ ਲਾਲ ਨਹਿਰੂ ਜੀ ਨੂੰ। ਜਵਾਹਰ ਲਾਲ ਨਹਿਰੂ ਹੇਠ ਦਿੱਤੀਆਂ ਕਮੇਟੀਆਂ ਵਿੱਚੋਂ ਕਿਹਦੇ ਪ੍ਰਧਾਨ ਸੀ? ਇੱਕ ਤਾਂ ਹੁਣੀ ਪੜ੍ਹ ਲਈ ਆਪਾਂ ਗੱਲ। ਸੰਘੀ ਸ਼ਕਤੀ ਕਮੇਟੀਆਂ ਦੇ ਵੀ ਪ੍ਰਧਾਨ ਸੀ, ਸੰਘੀ ਸੰਵਿਧਾਨ ਕਮੇਟੀ ਦੇ ਵੀ ਪ੍ਰਧਾਨ ਸੀ। ਊੜਾ ਤੇ ਆੜਾ ਦੋਨੋਂ ਆਨਸਰ ਸਾਡੇ ਸਹੀ ਹੋ ਗਏ। ਖਰੜਾ ਕਮੇਟੀ ਦਾ ਪ੍ਰਧਾਨ ਕੌਣ ਸੀ? ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ, ਡਰਾਫਟਿੰਗ ਕਮੇਟੀ ਦੇ ਪ੍ਰਧਾਨ ਸੀਗੇ ਜੀ ਇਹ। ਪ੍ਰਾਂਤਿਕ ਸੰਵਿਧਾਨ ਕਮੇਟੀ ਦਾ ਪ੍ਰਧਾਨ ਕੌਣ ਸੀ? ਇਹਦੇ ਪ੍ਰਧਾਨ ਸੀਗੇ ਜੀ ਸਰਦਾਰ ਵੱਲਭ ਭਾਈ ਪਟੇਲ। ਘਬਰਾਉਣਾ ਨਹੀਂ ਹੈਗਾ, ਤੁਸੀਂ ਇੱਕ ਹੀ ਵਾਰ ਤੋਂ ਵੀਡੀਓ ਦੇਖਣ ਦੇ ਨਾਲ ਨਾ ਫਟਾਫਟ ਸਾਰੇ ਕੁਐਸਚਨ ਯਾਦ ਨਹੀਂ ਹੁੰਦੇ ਦੁਬਾਰਾ ਇਹ ਤੁਹਾਨੂੰ ਰਿਪੀਟ ਦੇਖਣੀਆਂ ਪੈਣਗੀਆਂ। ਪਹਿਲਾਂ ਪੜ੍ਹਾਂਗੇ, ਠੀਕ ਹੈ ਜੀ, ਸੈਲਫ ਸਟੱਡੀ, ਫਿਰ ਉਸ ਤੋਂ ਬਾਅਦ ਰਿਵੀਜ਼ਨ ਕਰਾਂਗੇ। ਜਦੋਂ ਫਿਰ ਹੌਲੀ ਹੌਲੀ ਪਰਿਪੱਕ ਹੋਣਗੀਆਂ ਬਾਕੀ PDF ਤੋਂ ਤੁਸੀਂ ਪੜ੍ਹ ਲੈਣੀਆਂ ਨੇ। ਅਤੇ ਇਹ ਨਹੀਂ ਸੋਚਣਾ ਕਿਉਂਕਿ ਹੁਣ ਤਾਂ ਇਹ ਹੋ ਗਿਆ ਵੀ ਯਾਦ ਹੋ ਗਿਆ ਅਤੇ ਥੋੜ੍ਹੇ ਦਿਨਾਂ ਬਾਅਦ ਨਾ ਸਕਿੱਪ ਕਰ ਜਾਂਦਾ ਸਾਡਾ ਦਿਮਾਗ ਆ ਜਿਹੜਾ ਸਵਾਲ। ਹੁਣ ਤਾਂ ਇਹ ਲੱਗੂ ਵੀ ਹਾਂ ਇਹ ਨਹੀਂ ਮੈਂ ਭੁੱਲਦਾ, ਥੋੜ੍ਹੇ ਦਿਨਾਂ ਬਾਅਦ ਸਕਿੱਪ ਹੋ ਜਾਂਦਾ। ਜਦੋਂ ਰਿਵੀਜ਼ਨ ਕਰ ਲਈ ਫਿਰ ਨਹੀਂ ਹੁੰਦਾ, ਉਹ ਗੱਲ ਪਰਿਪੱਕ ਹੋ ਜਾਂਦੀ ਹੈ। ਖਰੜਾ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ ਜੀ 29 ਅਗਸਤ 1947 ਤੋਂ। ਖਰੜਾ ਕਮੇਟੀ ਦੇ ਕੁੱਲ ਮੈਂਬਰ ਕਿੰਨੇ ਸੀ? ਕੁੱਲ ਮੈਂਬਰ ਸੀ ਜੀ ਖਰੜਾ ਕਮੇਟੀ ਦੇ 7। ਇਹਨਾਂ ਵਿੱਚੋਂ ਖਰੜਾ ਕਮੇਟੀ ਦਾ ਮੈਂਬਰ ਕੌਣ ਨਹੀਂ ਸੀ? 3 ਮੈਂਬਰ ਤਾਂ ਪਰ ਹੈਗੇ ਸੀ, ਇਹਦਾ ਮਤਲਬ ਜੇ ਚੌਥਾ ਬੰਦਾ ਨਹੀਂ ਸੀ। 93 ਨੰਬਰ ਦਾ ਹਾਂਜੀ, ਕਿਹੜੇ ਜਿਹੜੇ ਇਹ ਮੈਂਬਰ ਹੈਗੇ ਸੀ ਖਰੜਾ ਕਮੇਟੀ ਦੇ? ਡਾਕਟਰ KM ਮੁਨਸੀ, TT ਕ੍ਰਿਸ਼ਨਮਚਾਰੀਆ, ਸੈਯਦ ਮੁਹੰਮਦ ਹਦਾਇਤੁੱਲਾ। ਅਤੇ ਨਹੀਂ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ ਨਹੀਂ ਸੀਗੇ। ਅਤੇ 94 ਨੰਬਰ ਕੁਐਸਚਨ ਹੈ ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ? ਭਾਰਤੀ ਸੰਵਿਧਾਨ ਪਾਸ ਹੋਇਆ ਜੀ 26 ਜਨਵਰੀ 1949 ਨੂੰ। ਠੀਕ ਹੈ ਜੀ, ਇਸੇ ਤਰੀਕ ਨੂੰ ਸਾਲ ਬਾਅਦ ਲਾਗੂ ਕਰ ਦਿੱਤਾ ਗਿਆ। ਇਸੇ ਤਰੀਕ ਨੂੰ ਨਹੀਂ, ਇਹ 26 ਨਵੰਬਰ ਆ। ਠੀਕ ਹੈ, ਇਹ ਭੁਲੇਖਾ ਨਾ ਖਾ ਜਾਣਾ। 26 ਜਨਵਰੀ 1950 ਨੂੰ ਇਹਨੂੰ ਲਾਗੂ ਕਰ ਦਿੱਤਾ ਗਿਆ ਸੀ ਔਰ ਪਾਸ ਕੀਤਾ ਗਿਆ ਜੀ 26 ਨਵੰਬਰ 1949 ਨੂੰ। ਕੁਐਸਚਨ ਨੰਬਰ 95 ਭਾਰਤੀ ਸੰਵਿਧਾਨ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਭਾਰਤੀ ਸੰਵਿਧਾਨ ਦਾ ਪਿਤਾ ਮੰਨਿਆ ਜਾਂਦਾ ਹੈ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ। ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਮਾਡਰਨ ਮਨੂ ਕਿਹਾ ਜਾਂਦਾ ਹੈ? ਮਨੂ ਸਮ੍ਰਿਤੀ ਦਾ ਨਾਂ ਸੁਣਿਆ ਨਾ, ਪਹਿਲਾਂ ਉਹਦੇ ਮੁਤਾਬਕ ਚੱਲਦਾ ਸੀ, ਜਿਹਨੇ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਊਚ ਨੀਚ ਜਾਤ ਸੂਤ ਸਾਤ ਇਹ ਚਲਾਈਆਂ।
ਵਰਗਾਂ ਦੇ ਵਿੱਚ ਵੰਡਿਆ, ਉਹ ਸੰਵਿਧਾਨ ਉਹਦਾ ਚੱਲਿਆ ਜਾਂਦਾ ਸੀ ਉਹ, ਠੀਕ ਹੈ। ਅਤੇ ਮਾਡਰਨ ਮੰਨੂ ਕਿਹਨੂੰ ਕਿਹਾ ਜਾਂਦਾ, ਮਤਲਬ ਜਿੱਦਾਂ ਦਾ ਮਤਲਬ ਹੁਣ ਸੰਵਿਧਾਨ ਬਣਾਇਆ, ਸੰਵਿਧਾਨ ਦੇ ਪਿਤਾਮਾ ਡਾਕਟਰ ਭੀਮ ਰਾਓ ਅੰਬੇਦਕਰ। ਇੰਪੋਰਟੈਂਟ ਸਵਾਲ ਆ ਇਹ। ਕੈਬਨਿਟ ਮਿਸ਼ਨ ਦੇ ਮੈਂਬਰਾਂ ਦੇ ਨਾਂ ਦੱਸੋ, ਕਿਹੜੇ ਕਿਹੜੇ ਮੈਂਬਰ ਸੀਗੇ ਉਹਦੇ। ਇੱਕ ਤਾਂ ਸੀਗਾ ਜੀ ਲਾਰਡ ਪੈਂਥਿਕ ਲਾਰੈਂਸ, ਦੂਸਰੇ ਸੀਗੇ ਸਰ ਸਟੈਨਫੋਰਡ ਕ੍ਰਿਪਸ, A.V. ਅਲੈਗਜ਼ੈਂਡਰ, ਉਪਰੋਕਤ ਸਾਰੇ, ਠੀਕ ਹੈ। ਇਹ ਤਿੰਨੋਂ ਕੈਬਨਿਟ ਮਿਸ਼ਨ ਦੇ ਮੈਂਬਰ ਸੀ। ਕਿਸ ਨੇ ਭਾਰਤੀ ਸੰਵਿਧਾਨ ਨੂੰ ਰਾਸ਼ਟਰ ਦਾ ਕਾਰਨਰਸਟੋਨ ਦੱਸਿਆ, ਕਿਹਨੇ ਦੱਸਿਆ ਜੀ ਇਹ। ਗ੍ਰੀਨਵਿਲ ਆਸਟਿਨ ਨੇ। ਕਿਸ ਸੰਵਿਧਾਨ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ। ਇਹਦੇ ਨਾਲ ਜੁੜੇ ਹੋਏ ਤੁਹਾਨੂੰ ਹੋਰ ਵੀ ਫੈਕਟ ਦੱਸਦੇ ਹਾਂ, ਇਹਦਾ ਰਾਈਟ ਆਨਸਰ ਦਿਓ ਵੀਡੀਓ ਨੂੰ ਪੌਜ਼ ਕਰਕੇ ਫਟਾਫਟ। 42ਵੀਂ ਸੋਧ 1976 ਮਿੰਨੀ ਸੰਵਿਧਾਨ ਵੀ ਇਹਨੂੰ ਕਿਹਾ ਜਾਂਦਾ ਹੈ। ਇਹਨੂੰ ਇੰਦਰਾ ਦਾ ਸੰਵਿਧਾਨ ਵੀ ਕਿਹਾ ਜਾਂਦਾ, ਕਿਉਂਕਿ ਉਦੋਂ ਜਿਹੜੀ ਪ੍ਰਧਾਨ ਮੰਤਰੀ ਸੀ ਉਹ ਇੰਦਰਾ ਗਾਂਧੀ ਸੀ। ਅਤੇ ਮਿੰਨੀ ਸੰਵਿਧਾਨ ਇਹਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਬਹੁਤ ਸਾਰੀਆਂ ਸੋਧਾਂ ਇਸ ਸੋਧ ਦੇ ਵਿੱਚ ਹੋਈਆਂ ਸੀ, 42ਵੀਂ ਸੋਧ ਦੇ ਵਿੱਚ, ਠੀਕ ਹੈ। ਇਹਨੂੰ ਐਂ ਇੱਕ ਮਿੰਨੀ ਸੰਵਿਧਾਨ ਹੀ ਸਮਝਿਆ ਜਾਂਦਾ, ਮੰਨਿਆ ਜਾਂਦਾ ਵੀ ਇਹਦਾ ਸੰਵਿਧਾਨ ਹੀ ਬਣਾ ਲਿਆ ਇੱਕ ਤੁਸੀਂ ਛੋਟਾ ਜਿਹਾ ਹੋਰ, ਠੀਕ ਹੈ। 42ਵੀਂ ਸੋਧ 1976। 100ਵਾਂ ਕੁਐਸਚਨ ਹੈ ਜੀ, ਵਿਸ਼ਵ ਵਿੱਚ ਸਭ ਤੋਂ ਪਹਿਲਾਂ ਲਿਖਤੀ ਸੰਵਿਧਾਨ ਕਿਸ ਦੇਸ਼ ਦਾ ਸੀ। ਤੁਹਾਨੂੰ ਦੱਸਿਆ ਹੀ ਨਾ ਵੀ ਸਾਰੇ ਸਵਾਲ ਇੰਪੋਰਟੈਂਟ ਨੇ, ਕੋਈ ਸਵਾਲ ਵੀ ਫਜ਼ੂਲ ਨਹੀਂ ਆਪਾਂ ਕਰਨਾ, ਸਾਰੇ ਹੀ ਸਵਾਲ ਬਹੁਤ ਕੀਮਤੀ ਨੇ, ਧਿਆਨ ਦੇ ਨਾਲ ਪੜ੍ਹਦੇ ਜਾਣਾ, ਬਸ ਜੁੜੇ ਰਹਿਣਾ ਆਪਣੇ ਨਾਲ। ਵਿਸ਼ਵ ਵਿੱਚ ਸਭ ਤੋਂ ਪਹਿਲਾਂ ਲਿਖਤੀ ਸੰਵਿਧਾਨ ਕਿਸ ਦੇਸ਼ ਦਾ ਸੀ। USA ਦਾ, ਸੰਯੁਕਤ ਰਾਜ ਅਮਰੀਕਾ ਦਾ। ਅੱਗੇ ਆ ਗਿਆ ਜੀ 101 ਨੰਬਰ ਕੁਐਸਚਨ, ਅਲਿਖਤੀ ਸੰਵਿਧਾਨ ਕਿਸ ਦੇਸ਼ ਦਾ। ਇਹ ਹੈਗਾ ਜੀ ਇੰਗਲੈਂਡ ਦਾ, ਮਤਲਬ ਵੀ ਲਿਖਿਆ ਨਹੀਂ ਹੋਇਆ, ਠੀਕ ਹੈ ਨਾ। 102 ਆ ਗਿਆ ਜੀ, ਸੰਵਿਧਾਨ ਵਿੱਚ ਮੂਲ ਰੂਪ ਵਿੱਚ ਕਿੰਨੇ ਅਨੁਛੇਦ, ਕਿੰਨੇ ਨੇ ਜੀ। ਮੂਲ ਰੂਪ ਦੇ ਵਿੱਚ ਜਾਣੀ ਜਦੋਂ ਸੰਵਿਧਾਨ ਬਣਿਆ ਉਦੋਂ ਅਨੁਛੇਦ ਕਿੰਨੇ ਸੀ। 395 ਅਨੁਛੇਦ ਸੀ। ਅਤੇ ਹੁਣ ਕਿੰਨੇ ਨੇ ਕਮੈਂਟ ਕਰਕੇ ਦੱਸ ਦਿਓ, 102 ਨੰਬਰ ਪਾ ਕੇ ਫਿਰ ਆਨਸਰ ਦੇਣਾ। 103 ਨੰਬਰ ਕੁਐਸਚਨ ਹੈ ਜੀ, ਸੰਵਿਧਾਨ ਵਿੱਚ ਮੂਲ ਰੂਪ ਵਿੱਚ ਕਿੰਨੀਆਂ ਅਨੁਸੂਚੀਆਂ ਸ਼ਾਮਲ ਸੀ। ਮੂਲ ਰੂਪ ਵਿੱਚ ਜਾਣੀ ਕਿ ਮੂਲ ਰੂਪ ਜਦੋਂ ਸੰਵਿਧਾਨ ਬਣਿਆ ਉਦੋਂ ਅਨੁਸੂਚੀਆਂ ਕਿੰਨੀਆਂ ਸੀ। 8 ਸੀ, ਹੁਣ ਕਿੰਨੀਆਂ ਨੇ 12। ਭਾਰਤੀ ਸੰਵਿਧਾਨ ਉੱਪਰ ਕਿਸ ਐਕਟ ਦਾ ਪ੍ਰਭਾਵ ਪਿਆ, ਕਿਹੜੇ ਐਕਟ ਦਾ ਪ੍ਰਭਾਵ ਪਿਆ ਇਸ ਸੰਵਿਧਾਨ ਦੇ ਉੱਪਰ। ਇਹ ਪ੍ਰਭਾਵ ਪਿਆ ਸੀਗਾ ਜੀ 1935 ਦੇ ਐਕਟ ਦਾ। ਸਭ ਤੋਂ ਜ਼ਿਆਦਾ ਮਟੀਰੀਅਲ ਜੇ ਪੁੱਛ ਲਿਆ ਜਾਵੇ ਸੰਵਿਧਾਨ ਦੇ ਵਿੱਚ ਕਿੱਥੋਂ ਲਿਆ ਗਿਆ ਤਾਂ ਉਹ 1935 ਦਾ ਐਕਟ ਆ, ਠੀਕ ਹੈ ਜੀ। ਭਾਰਤੀ ਸੰਵਿਧਾਨ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ 1935 ਦੇ ਐਕਟ ਤੋਂ ਲਈਆਂ ਗਈਆਂ ਨੇ। ਇਹ ਲਈਆਂ ਗਈਆਂ ਨੇ ਜੀ, ਫੈਡਰਲ ਸਕੀਮ ਵੀ ਲਈ ਗਿਆ, ਗਵਰਨਰ ਦਾ ਪਦ ਵੀ ਲਿਆ ਗਿਆ, ਸਰਵਿਸ ਕਮਿਸ਼ਨ, ਸਾਰੀਆਂ ਲਈਆਂ ਗਈਆਂ ਨੇ। ਇੱਥੇ ਵੀਡੀਓ ਨੂੰ ਅਸੀਂ ਸਮਾਪਤ ਕਰਦੇ ਹਾਂ। ਅਗਲੀ ਵੀਡੀਓ ਜਲਦੀ ਹਾਜ਼ਰ ਕਰਾਂਗੇ, ਸਾਰੀਆਂ ਮਤਲਬ 1500 ਤੋਂ ਪਲੱਸ ਕੁਐਸਚਨ ਜਲਦੀ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰ ਲੈਣਾ ਤਾਂ ਕਿ ਸਾਰਾ ਪੜ੍ਹਨ ਵਾਲਾ ਮਟੀਰੀਅਲ ਤੁਹਾਡੇ ਕੋਲ ਉਹਦੇ ਜ਼ਰੀਏ ਭੇਜਿਆ ਜਾਵੇ, ਠੀਕ ਹੈ ਨਾ। ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਲੈਣਾ, ਕੋਈ ਵੀ ਜ਼ਰੂਰੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ। ਇਮਾਨਦਾਰੀ ਦੇ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਆਪਣੇ ਚੈਨਲ ਦੇ ਨਾਲ ਜੁੜੇ ਰਹਿਣਾ। ਧੰਨਵਾਦ।